इस पासे वो सोफे लगे हुए ने स्टेज के बिल्कुल फ्रंट पे, जिथे कि डिप्टी कमिश्नर साहब जो ने वो बैठे हुए ਸੀਗੇ। हाँ जी, कुछ 8 ਵਜੇ ਦਾ ਟਾਈਮ ਸੀਗਾ। 8:30 ਦੇ ਕਰੀਬ ਮੈਡਮ ਮਿਸਿਸ ਸੇਖੋਂ ਇੱਥੇ ਆਉਂਦੇ ਆ। ਇਸ ਜਗ੍ਹਾ ਤੇ ਮੈਡਮ ਆ ਕੇ 6 ਜਣੇ ਸੀ, ਸ਼ਾਇਦ 6 ਕੇ 7 ਜਣੇ ਸੀ ਮੈਡਮ ਦੇ ਨਾਲ, ਵਿਦ ਮੈਡਮ 6 ਜਣੇ ਸੀਗੇ। ਮੈਡਮ ਦੇਖਦੇ ਆ ਕੇ ਵੀ ਸਾਡੀ ਸੀਟ ਨਹੀਂ, ਡੀਸੀ ਮੈਮ ਬੈਠੇ ਹੋਏ ਸੀ ਇੱਥੇ। ਜਿਹੜੇ ਐਮਐਲਏ ਸਾਹਿਬ ਦੇ ਮਦਰ ਸੀਗੇ ਉਹ ਆ ਗਏ ਇੱਥੇ ਬੈਠੇ ਆ। ਜਦੋਂ ਐਮਐਲਏ ਸਾਹਿਬ ਦੀ ਵਾਈਫ ਨੇ ਦੇਖਿਆ ਵੀ ਅਸੀਂ ਸਾਡੇ ਕੋਲ ਜਗ੍ਹਾ ਨਹੀਂ ਇੱਥੇ ਬੈਠਣ ਨੂੰ, ਐਮਐਲਏ ਸਾਹਿਬ ਦੀ ਨੂੰਹ ਸੀਗੇ ਨਾਲ ਆਈ ਕਿ 3-4 ਲੇਡੀਜ਼ ਹੋਰ ਸੀਗੀਆਂ, ਆ ਕੇ ਵੇਖਿਆ ਉਹਨਾਂ ਨੇ। ਐਮਐਲਏ ਸਾਹਿਬ ਦੀ ਮਿਸੀ ਨੇ ਮੈਡਮ ਚਲੇ ਗਏ ਵਾਪਸ। जिस तरह खबर आ रही है कि डिप्टी कमिश्नर तो रोंदे हुए चले गए या कुछ होया, उन्होंने मिसिज चले जाते हैं एमएलए साहब दे। उस तो बाद की होंदा इत्थे मेला चलदा रहिंदा, सब कुछ किस तरीके दा उन्होंने रोकने की भी नहीं कोशिश की और आप खुद सरताज की नाइट इंजॉय करते रहे। तो जद कि उन्होंने ड्यूटी बनती सी कि एमएलए की वाइफ को रोक दे, पर वो आप उन्होंने मस्त सी सरताज नाइट देखने। ਅਸੀਂ ਆਏ ਸੀ ਪਰ ਬਾਹਰੋਂ ਮੁੜ ਗਏ ਜੀ। क्यों की हो गया सी? ਉਹ ਸਾਨੂੰ ਕਿਸੇ ਨੇ ਦੱਸਿਆ ਵੀ ਅੰਦਰ ਬਹੁਤ ਧੱਕਾ ਮੁੱਕੀ ਕਰ ਰਹੇ ਆ, ਡਾਂਗਾ ਮਾਰ ਰਹੇ ਆ, ਪਾਸਪੋਰਟ ਪਾੜੀ ਜਾਂਦੇ ਆ। ਅਸੀਂ ਫਿਰ ਉਸ ਗੇਟ ਤੋਂ ਹੀ ਮੁੜ ਗਏ ਜੀ। ਉੱਥੇ ਪੁਲਿਸ ਨੇ ਜੋ ਗੇਟ ਸਾਡਾ ਮੋਟਰਸਾਈਕਲ ਰੋਕਿਆ, ਚਾਬੀ ਕੱਢ ਲਈ ਜੀ। ਮੇਰਾ ਦੋਸਤ ਮੇਰੇ ਨਾਲ ਸੀਗਾ ਜੀ। ਅਸੀਂ ਚਾਬੀ ਫਿਰ ਕਹਿ ਕੇ ਉਹਨਾਂ ਨੂੰ ਵੇਖਿਆ ਐਮਐਲਏ ਸਾਹਿਬ ਨਾਲ ਗੱਲ ਕਰਾਉਂਦੇ ਆ। ਕਹਿੰਦੇ ਭਲਾ ਦੀ ਕਹਿੰਦੇ ਸੀਐਮ ਸਾਹਿਬ ਨਾਲ ਗੱਲ ਕਰਾ ਦਿਓ। ਤੇ ਉਹਨਾਂ ਦਾ ਮਤਲਬ ਕਿ ਧਾਰਾ ਹੋਇਆ ਸੀਗਾ ਵੀ ਜਿਹੜੇ ਜਿੰਨੇ ਵੀ ਲੋਕ ਆਏ ਬਹੁਤ ਨਜਾਇਜ਼ ਕੁੱਟ ਰਹੇ ਸੀ ਲੋਕਾਂ ਨੂੰ। ਪਰ ਇਹ ਕਿਹਾ ਛੱਡੋ, ਪਰ ਅਸੀਂ ਫਿਰ ਵਾਪਸ ਚਲੇ ਗਏ। ਮੇਰੇ ਕੋਲ ਨਾ ਕੁਝ ਪ੍ਰੂਫ ਹੈਗੇ ਆ, ਮੈਂ ਤੁਹਾਨੂੰ ਦਿਖਾ ਦਵਾਂ। ਇਹਨਾਂ ਦਾ ਖੁਦ ਇਹਨਾਂ ਦੇ ਪਰਿਵਾਰ ਇਹਨਾਂ ਦੇ ਬੈਠੇ ਹੋਏ ਸੀਗੇ, ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਅਫਸਰ ਆ ਸਾਰੇ ਉਹਨਾਂ ਦੇ ਪਰਿਵਾਰ ਬੈਠੇ ਹੋਏ ਸੀਗੇ। ਇੱਕ ਵੀ ਸੀਟ ਐਮਐਲਏ ਦੀ ਵਾਈ ਵਾਸਤੇ ਛੱਡੀ ਨਹੀਂ ਗਈ, ਜਾਂ ਉਹ ਇਹ ਕਹਿ ਰਹੇ ਵੀ ਇਹਨਾਂ ਸੇ ਸੀਟਾਂ ਛੱਡੀਆਂ ਗਈਆਂ ਸੀ। ਮੇਰੇ ਕੋਲ ਸਭ ਕੁਝ ਹੈ, ਇਹਨਾਂ ਦੇ ਕੈਮਰੇ ਲੱਗੇ ਹੋਏ ਸੀ, ਕੁਝ ਵੀ ਕਢਵਾ ਕੇ ਦੇਖ ਸਕਦੇ ਹੋ ਤੁਸੀਂ। ਕੋਈ ਦੁਨੀਆ ਤੋਂ ਲੁਕੀ ਹੋਈ ਗੱਲ ਨਹੀਂ, ਸਾਰੇ ਲੋਕੀ ਮਗਰ ਬੈਠੇ ਜੀ। ਫਰੀਦਕੋਟ ਵਿੱਚ ਸੂਫੀਸਰ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਚੱਲ ਰਿਹਾ ਹੈ ਅਤੇ ਇਸ ਦੌਰਾਨ ਬੀਤੇ ਦਿਨੀ ਸਤਿੰਦਰ ਸਰਤਾਜ ਦੀ ਨਾਈਟ ਹੁੰਦੀ ਹੈ। ਉੱਥੇ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਕਿ ਇੱਥੋਂ ਜੋ ਵਿਧਾਇਕ ਸਾਹਿਬ ਨੇ ਉਹਨਾਂ ਦੇ ਜੋ ਮਿਸਿਸ ਨੇ ਦੱਸਿਆ ਕਿ ਉਹਨਾਂ ਨੂੰ ਸੀਟ ਨਹੀਂ ਮਿਲੀ, ਇਸ ਕਰਕੇ ਉਹ ਨਾਰਾਜ਼ ਹੋ ਕੇ ਇੱਥੋਂ ਚਲੇ ਗਏ ਸੀਗੇ। ਪਰ ਉਸ ਤੋਂ ਬਾਅਦ ਮੀਡੀਆ ਵਿੱਚ ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ ਕਿ ਜੋ ਇੱਥੋਂ ਦੇ ਡਿਪਟੀ ਕਮਿਸ਼ਨਰ ਨੇ ਉਹ ਰੋਂਦੇ ਹੋਏ ਸਮਾਗਮ ਵਿੱਚੋਂ ਚਲੇ ਜਾਂਦੇ ਨੇ। ਇਸ ਤਰੀਕੇ ਤਮਾਮ ਖਬਰਾਂ ਸਾਹਮਣੇ ਆਈਆਂ। ਅਸੀਂ ਇਸ ਵਕਤ ਉਸੇ ਜਗ੍ਹਾ ਤੇ ਮੌਜੂਦ ਹਾਂ, ਉਸੇ ਸਮਾਗਮ ਵਾਲੀ ਥਾਂ ਤੇ ਮੌਜੂਦ ਹਾਂ ਜਿੱਥੇ ਕਿ ਇਹ ਤਮਾਮ ਘਟਨਾ ਵਾਪਰਦੀ ਹੈ। ਸਭ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਉਹ ਜਗ੍ਹਾ ਹੈਗੀ ਹੈ ਸਾਹਮਣੇ ਜੋ ਸੋਫੇ ਲੱਗੇ ਹੋਏ ਨੇ, ਜਿੱਥੇ ਕਿ ਉਸ ਵਕਤ ਡਿਪਟੀ ਕਮਿਸ਼ਨਰ ਜੋ ਨੇ ਉਹ ਬੈਠੇ ਹੋਏ ਸੀਗੇ। ਐਸੇ ਜਗ੍ਹਾ ਦੇ ਉੱਤੇ ਨਾਲ ਜਿਹੜੀ ਹੈਗੀ ਹੈ ਜੋ ਐਮਐਲਏ ਸਾਹਿਬ ਦੀ ਮਿਸਿਸ ਨੇ ਉਹਨਾਂ ਦੀ ਸੀਟ ਜਿਹੜੀ ਹੈਗੀ ਹੈ ਉਹ ਐਸੇ ਜਗ੍ਹਾ ਤੇ ਸੀਗੀ। ਅਤੇ ਉਸ ਤੋਂ ਬਾਅਦ ਇੱਥੇ ਸੀਟ ਨੂੰ ਲੈ ਕੇ ਗੱਲ ਹੁੰਦੀ ਹੈ। ਸੀਟ ਇੱਕ ਹੁੰਦੀ ਹੈ ਤੇ ਉੱਥੇ ਉਹਨਾਂ ਦੇ ਮਾਤਾ ਜੀ ਨੂੰ ਬਿਠਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੇਲਾ ਜਿਹੜਾ ਇਸ ਤਰੀਕੇ ਚੱਲਦਾ ਰਹਿੰਦਾ ਤੇ ਜੋ ਐਮਐਲਏ ਸਾਹਿਬ ਦੇ ਮਿਸਿਸ ਨੇ ਇੱਥੋਂ ਚਲੇ ਜਾਂਦੇ ਨੇ। ਕੁਝ ਚਸ਼ਮਦੀਦ ਸਾਡੇ ਨਾਲ ਮੌਜੂਦ ਨੇ ਉਸ ਦੌਰਾਨ, ਕਿਉਂਕਿ ਕਈ ਲੋਕਾਂ ਦੇ ਵਿੱਚ ਅੱਡ ਗੱਲ ਆ ਰਹੀ ਹੈ ਕਿ ਉਹ ਹੋਇਆ ਕੀ ਸੀਗਾ, ਕੋਈ ਕਿਸ ਦੀ ਗੱਲ ਦੱਸ ਰਿਹਾ, ਕੋਈ ਕਿਸ ਦੀ। ਉਹ ਗੱਲ ਕਰ ਲੈਂਦੇ ਆ। ਬਾਈ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਰਵੀ ਬੁਗਰਾ। ਰਵੀ ਜੀ, ਤੁਸੀਂ ਉਸ ਵਕਤ ਇੱਥੇ ਮੌਜੂਦ ਸੀਗੇ, ਐਕਚੁਅਲ 'ਚ ਹੋਇਆ ਕੀ, ਇਨਸੀਡੈਂਸ ਕੀ ਹੋਇਆ ਸੀ? ਸੂਰਜ ਜੀ, ਅਸੀਂ ਉਸ ਜਗ੍ਹਾ ਤੇ ਬੈਠੇ ਹੋਏ ਸੀਗੇ, ਸਾਡੇ ਕੋਲ ਰੈੱਡ ਪਾਸ ਸੀਗੇ। ਅਸੀਂ ਰੈੱਡ ਪਾਸ ਦੀ ਐਂਟਰੀ ਕਰਕੇ ਅਸੀਂ ਆਏ ਤੇ ਅਸੀਂ ਦੇਖਿਆ ਵੀ ਸਾਡੇ ਵਾਸਤੇ ਕੋਈ ਸੀਟ ਨਹੀਂ ਸੀਗੀ। ਸਾਨੂੰ ਨਰੇਗਾ ਦੇ ਕੁਝ ਬੰਦੇ ਜਾਣਦੇ ਸੀਗੇ, ਪਰ ਉਹਨਾਂ ਨੇ ਸਾਡੀਆਂ 3 ਚੇਅਰਾਂ ਉੱਥੇ ਲਗਵਾ ਦਿੱਤੀਆਂ। ਅਸੀਂ ਉੱਥੇ ਬੈਠ ਗਏ। ਕੁਝ 8 ਵਜੇ ਦਾ ਟਾਈਮ ਸੀਗਾ। 8:30 ਦੇ ਕਰੀਬ ਮੈਡਮ ਮਿਸਿਸ ਸੇਖੋਂ ਇੱਥੇ ਆਉਂਦੇ ਆ। ਇਸ ਜਗ੍ਹਾ ਤੇ ਮੈਡਮ ਆ ਕੇ 6 ਜਣੇ ਸੀ, ਸ਼ਾਇਦ 6 ਕੇ 7 ਜਣੇ ਸੀ ਮੈਡਮ ਦੇ ਨਾਲ, ਵਿਦ ਮੈਡਮ 6 ਜਣੇ ਸੀਗੇ। ਮੈਡਮ ਦੇਖਦੇ ਆ ਕੇ ਵੀ ਸਾਡੀ ਸੀਟ ਨਹੀਂ, ਡੀਸੀ ਮੈਮ ਬੈਠੇ ਹੋਏ ਸੀ ਇੱਥੇ। ਜਿਹੜੇ ਐਮਐਲਏ ਸਾਹਿਬ ਦੇ ਮਦਰ ਸੀਗੇ ਉਹ ਆ ਗਏ ਇੱਥੇ ਬੈਠੇ ਆ। ਜਦੋਂ ਐਮਐਲਏ ਸਾਹਿਬ ਦੀ ਵਾਈਫ ਨੇ ਦੇਖਿਆ ਵੀ ਅਸੀਂ ਸਾਡੇ ਕੋਲ ਜਗ੍ਹਾ ਨਹੀਂ ਇੱਥੇ ਬੈਠਣ ਨੂੰ, ਐਮਐਲਏ ਸਾਹਿਬ ਦੀ ਨੂੰਹ ਸੀਗੇ ਨਾਲ ਆਈ ਕਿ 3-4 ਲੇਡੀਜ਼ ਹੋਰ ਸੀਗੀਆਂ, ਆ ਕੇ ਵੇਖਿਆ ਉਹਨਾਂ ਨੇ। ਐਮਐਲਏ ਸਾਹਿਬ ਦੀ ਮਿਸੀ ਨੇ ਮੈਡਮ ਚਲੇ ਗਏ ਵਾਪਸ। ਉਸ ਤੋਂ ਬਾਅਦ ਅਸੀਂ ਵੀ ਦੇਖਿਆ ਵੀ ਇੱਧਰ ਕੁਝ ਨਹੀਂ ਹੈਗਾ, ਪਰ ਜੋ ਖਬਰਾਂ ਦੇਖ ਰਹੇ ਆ ਕੁਛ ਇਹੋ ਜਿਹਾ ਹੋਇਆ ਕਿ ਇੱਥੋਂ ਜਿਸ ਤਰ੍ਹਾਂ ਖਬਰ ਆ ਰਹੀਆਂ ਕਿ ਡਿਪਟੀ ਕਮਿਸ਼ਨਰ ਤੋਂ ਰੋਂਦੇ ਹੋਏ ਚਲੇ ਗਏ, ਇਹੋ ਜਿਹਾ ਕੁਝ ਹੋਇਆ? ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਸਾਹਮਣੇ ਕੈਮਰੇ ਲੱਗੇ ਹੋਏ ਸੀ, ਇੱਥੇ ਪ੍ਰਸ਼ਾਸਨ ਦੇ ਕੈਮਰੇ ਲੱਗੇ ਹੋਏ ਸੀ। ਇਹ ਪ੍ਰਸ਼ਾਸਨ ਦੀ ਨਾਕਾਮੀ ਹੈ। ਜਿਨ੍ਹਾਂ ਨੂੰ ਤੁਸੀਂ 20 ਪਾਸ ਦਿੱਤੇ ਆ, ਐਮਐਲਏ ਸਾਹਿਬ ਨੂੰ 20 ਪਾਸ ਦਿੱਤੇ ਆ, 20 ਸੀਟਾਂ ਦੇ ਦਿਓ ਉਹਨਾਂ ਨੂੰ, ਉਹਨਾਂ ਦੀ 20 ਸੀਟਾਂ ਮੌਜੂਦ ਹੋਣੀਆਂ ਚਾਹੀਦੀਆਂ ਸੀ। ਇੱਥੇ ਡੀਸੀ ਆਫਿਸ ਦੇ ਪ੍ਰਸ਼ਾਸਨ ਹੀ ਸਾਰਾ ਬੈਠਿਆ ਸੀਗਾ। ਡੀਸੀ ਆਫਿਸ ਦਾ ਪ੍ਰਸ਼ਾਸਨ ਕੋਈ ਨਹੀਂ ਉੱਠਿਆ। ਜੋ ਇੱਕ ਇਸ ਵਕਤ ਖਬਰ ਚੱਲ ਰਹੀ ਹੈ ਕਿ ਉਹ ਇੱਥੋਂ ਰੋਂਦੇ ਹੋਏ ਨਿਕਲੇ, ਇਹ ਗੱਲ ਤੁਸੀਂ ਇੱਥੇ ਮੌਕੇ ਤੇ ਮੌਜੂਦ ਸੀ, ਕੁਝ ਵੇਖਿਆ ਹੋਇਆ ਕੁਝ? ਨਹੀਂ, ਗਲਤ ਹੈ ਇਹ ਗੱਲ ਜੀ।
ਬਿਲਕੁਲ ਸਰਾਸਰ ਝੂਠ ਹੈ। ਬਾਈ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਵਿਪਨ ਗੰਬਾ ਜੀ। ਲਾਂਬਾ ਜੀ, ਉਸ ਦੌਰਾਨ ਜਦੋਂ ਸਾਰਾ ਇਨਸੀਡੈਂਸ ਹੁੰਦਾ ਹੈ, ਜਦੋਂ ਇਹ ਗੱਲ ਆਉਂਦੀ ਹੈ ਕਿ ਉਹਨਾਂ ਦੇ ਮਿਸਿਸ ਚਲੇ ਜਾਂਦੇ ਨੇ ਐਮਐਲਏ ਸਾਹਿਬ ਦੇ, ਉਸ ਤੋਂ ਬਾਅਦ ਕੀ ਹੁੰਦਾ ਇੱਥੇ? ਮੇਲਾ ਚੱਲਦਾ ਰਹਿੰਦਾ, ਸਭ ਕੁਝ ਕਿਸ ਤਰੀਕੇ ਦਾ ਹੁੰਦਾ? ਹਾਂਜੀ, ਡੀਸੀ ਮੈਡਮ ਨੂੰ ਅਸੀਂ ਆਪ ਖੁਦ ਕਹਿ ਕੇ ਐਮਐਲਏ ਸਾਹਿਬ ਦੀ ਮੈਸੇਜ ਵਾਪਸ ਜਾ ਰਹੇ ਆ, ਪਰ ਉਹਨਾਂ ਨੂੰ ਰੋਕਣ ਦੀ ਵੀ ਨਹੀਂ ਕੋਸ਼ਿਸ਼ ਕੀਤੀ ਔਰ ਆਪ ਖੁਦ ਸਰਤਾਜ ਦੀ ਨਾਈਟ ਇੰਜੋਏ ਕਰਦੇ ਰਹੇ। ਤੇ ਜਦ ਕਿ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਐਮਐਲਏ ਦੀ ਵਾਈਫ ਨੂੰ ਰੋਕ ਦੇ, ਪਰ ਉਹਦਾ ਆਪ ਉਹਨਾਂ ਮਸਤ ਸੀ ਸਰਤਾਜ ਨਾਈਟ ਦੇਖਣ 'ਚ। ਕੁਝ ਇਹੋ ਜਿਹਾ ਹੋਇਆ ਕਿ ਦੱਸ ਰਹੇ ਕਿ ਡਿਪਟੀ ਕਮਿਸ਼ਨਰ ਤੁਰੰਤ ਚਲੇ ਗਏ, ਬਦਸਲੂਕੀ ਹੋਈ ਡਿਪਟੀ ਕਮਿਸ਼ਨਰ ਨਾਲ? ਨਹੀਂ ਸਰ, ਮੈਂ ਦੱਸ ਰਿਹਾ ਨਾ, ਉਹ ਤਾਂ ਆਪ ਸਰਤਾਜ ਨਾਈਟ ਇੰਜੋਏ ਕਰ ਰਹੇ ਸੀ, ਰੋਣ ਦੀ ਤਾਂ ਬਹੁਤ ਦੂਰ ਦੀ ਗੱਲ ਹੋ ਗਈ। ਉਹਨਾਂ ਨੂੰ ਤਾਂ 1% ਵੀ ਨਹੀਂ ਸੀਗਾ ਵੀ ਆ ਕੇ ਐਮਐਲਏ ਦੀ ਵਾਈਫ ਵਾਪਸ ਗਏ ਆ। ਜੇ ਇਸ ਤਰ੍ਹਾਂ ਹੁੰਦਾ ਤਾਂ ਉਹ ਜਾਂਦੇ ਨਾ, ਉਹਨਾਂ ਨੂੰ ਰੋਕਦੇ, ਹਾਂਜੀ ਵੀ ਮੈਂ ਸੀਟ ਦਾ ਅਰੇਂਜ ਕਰਾਨੀ ਹੈ ਜਾਂ ਕੁਝ। ਬਾਈ ਜੀ, ਤੁਸੀਂ ਵੀ ਆਏ ਸੀ ਉਸ ਦਿਨ ਇੱਥੇ? ਅਸੀਂ ਆਏ ਸੀ ਪਰ ਬਾਹਰੋਂ ਮੁੜ ਗਏ ਜੀ। ਕਿਉਂ, ਕੀ ਹੋ ਗਿਆ ਸੀ ਇਹੋ ਜਿਹਾ? ਉਹ ਸਾਨੂੰ ਕਿਸੇ ਨੇ ਦੱਸਿਆ ਵੀ ਅੰਦਰ ਬਹੁਤ ਧੱਕਾ ਮੁੱਕੀ ਕਰ ਰਹੇ ਆ, ਡਾਂਗਾ ਮਾਰ ਰਹੇ ਆ, ਪਾਸਪੋਰਟ ਪਾੜੀ ਜਾਂਦੇ ਆ। ਅਸੀਂ ਫਿਰ ਉਸ ਗੇਟ ਤੋਂ ਹੀ ਮੁੜ ਗਏ ਜੀ। ਉੱਥੇ ਪੁਲਿਸ ਨੇ ਜੋ ਗੇਟ ਸਾਡਾ ਮੋਟਰਸਾਈਕਲ ਰੋਕਿਆ, ਚਾਬੀ ਕੱਢ ਲਈ ਜੀ। ਮੇਰਾ ਦੋਸਤ ਮੇਰੇ ਨਾਲ ਸੀਗਾ ਜੀ। ਅਸੀਂ ਚਾਬੀ ਫਿਰ ਕਹਿ ਕੇ ਉਹਨਾਂ ਨੂੰ ਵੇਖਿਆ ਐਮਐਲਏ ਸਾਹਿਬ ਨਾਲ ਗੱਲ ਕਰਾਉਂਦੇ ਆ, ਕਹਿੰਦੇ ਭਲਾ ਦੀ ਕਹਿੰਦੇ ਸੀਐਮ ਸਾਹਿਬ ਨਾਲ ਗੱਲ ਕਰਾ ਦਿਓ। ਤੇ ਉਹਨਾਂ ਦਾ ਮਤਲਬ ਕਿ ਧਾਰਾ ਹੋਇਆ ਸੀਗਾ ਵੀ ਜਿਹੜੇ ਜਿੰਨੇ ਵੀ ਲੋਕ ਆਏ ਬਹੁਤ ਨਜਾਇਜ਼ ਕੁੱਟ ਰਹੇ ਸੀ ਲੋਕਾਂ ਨੂੰ। ਉਹ ਫਿਰ ਇਹ ਕਿਹਾ ਛੱਡੋ, ਪਰ ਅਸੀਂ ਫਿਰ ਵਾਪਸ ਚਲੇ ਗਏ ਜੀ। ਬਿਲਕੁਲ, ਤੁਹਾਨੂੰ ਇੱਕ ਵਾਰ ਮੁੜ ਤੋਂ ਦਿਖਾ ਦਿੰਦੇ ਆ। ਇਹ ਉਹ ਸਟੇਜ ਸੀਗੀ ਜਿੱਥੇ ਕਿ ਅੱਜ ਮੁੱਖ ਮੰਤਰੀ ਸਾਹਿਬ ਵੀ ਹੋ ਕੇ ਗਏ ਨੇ। ਐਸੇ ਸਟੇਜ ਤੇ ਸਤਿੰਦਰ ਸਰਤਾਜ ਜਿਹੜੇ ਨੇ ਪਰਫਾਰਮ ਕਰ ਰਹੇ ਨੇ, ਇੱਥੇ ਪੂਰੀ ਪਰਫਾਰਮੈਂਸ ਦਿੱਤੀ ਉਹਨਾਂ ਨੇ। ਅਤੇ ਬਿਲਕੁਲ ਦੂਜੇ ਪਾਸੇ ਗੱਲਬਾਤ ਕਰੀਏ ਤਾਂ ਇਹ ਇਸ ਪਾਸੇ ਉਹ ਸੋਫੇ ਲੱਗੇ ਹੋਏ ਨੇ ਸਟੇਜ ਦੇ ਬਿਲਕੁਲ ਫਰੰਟ ਤੇ, ਜਿੱਥੇ ਕਿ ਡਿਪਟੀ ਕਮਿਸ਼ਨਰ ਸਾਹਿਬ ਜੋ ਨੇ ਉਹ ਬੈਠੇ ਹੋਏ ਸੀਗੇ। ਹਾਂਜੀ, ਪ੍ਰੂਫ ਵੀ ਹੈਗੇ ਮੇਰੇ ਕੋਲ। ਸੂਰਜ ਜੀ, ਮੇਰੇ ਕੋਲ ਨਾ ਕੁਝ ਪ੍ਰੂਫ ਹੈਗੇ ਆ, ਮੈਂ ਤੁਹਾਨੂੰ ਦਿਖਾ ਦਵਾਂ। ਇਹਨਾਂ ਦਾ ਖੁਦ ਇਹਨਾਂ ਦੇ ਪਰਿਵਾਰ ਇਹਨਾਂ ਦੇ ਬੈਠੇ ਹੋਏ ਸੀਗੇ, ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਅਫਸਰ ਆ ਸਾਰੇ, ਉਹਨਾਂ ਦੇ ਪਰਿਵਾਰ ਬੈਠੇ ਹੋਏ ਸੀਗੇ। ਇੱਕ ਵੀ ਸੀਟ ਐਮਐਲਏ ਦੀ ਵਾਈ ਵਾਸਤੇ ਛੱਡੀ ਨਹੀਂ ਗਈ, ਜਾਂ ਉਹ ਇਹ ਕਹਿ ਰਹੇ ਵੀ ਇਹਨਾਂ ਵਾਸਤੇ ਸੀਟਾਂ ਛੱਡੀਆਂ ਗਈਆਂ ਸੀ। ਜਾਂ ਮੇਰੇ ਕੋਲ ਸਭ ਕੁਝ ਹੈ। ਇਹਨਾਂ ਦੇ ਕੈਮਰੇ ਲੱਗੇ ਹੋਏ ਸੀ, ਕੁਝ ਵੀ ਕਢਵਾ ਕੇ ਦੇਖ ਸਕਦੇ ਹੋ ਤੁਸੀਂ। ਕੋਈ ਦੁਨੀਆ ਤੋਂ ਲੁਕੀ ਹੋਈ ਗੱਲ ਨਹੀਂ। ਸਾਰੇ ਲੋਕੀ ਮਗਰ ਬੈਠੇ ਸੀ। ਚੰਦਬਾਜਾ ਸਾਹਿਬ ਬੈਠੇ ਸੀ, ਹਰਵਿੰਦਰ ਜੀ ਬੈਠੇ ਸੀ ਉਹਨਾਂ ਦੇ ਨਾਲ। ਸ਼ੁਰੂਆਤ ਸੀਟ ਨੂੰ ਲੈ ਕੇ ਹੀ ਗੱਲਬਾਤ ਸ਼ੁਰੂ ਹੁੰਦੀ ਸਰ। ਕੁਛ ਨਹੀਂ, ਆ ਕੇ ਦੇਖਿਆ ਉਹਨਾਂ ਨੇ ਕੋਈ ਸੀਟਾਂ ਹੀ ਹੈ ਨਹੀਂ ਸੀ, ਉਹ ਚਲੇ ਗਏ। ਇਹ ਉਹਨਾਂ ਦੀ ਇਨਸਲਟ ਹੈ। ਫਰੀਦਕੋਟ ਦੇ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਦੀ ਇਨਸਲਟ ਵਾਲੀ ਗੱਲ ਆ। ਉਹਨਾਂ ਵਾਸਤੇ ਸੀਟ ਨਹੀਂ ਸੀ। ਬਿਲਕੁਲ, ਇਹ ਉਹ ਸੋਫੇ ਨੇ ਜਿੱਥੇ ਕਿ ਡਿਪਟੀ ਕਮਿਸ਼ਨਰ ਸਾਹਿਬ ਬੈਠੇ ਹੋਏ ਸੀਗੇ। ਨਾਲ ਹੀ ਉਹਨਾਂ ਦੀ ਵਾਈਫ ਵਾਸਤੇ, ਜੋ ਐਮਐਲਏ ਸਾਹਿਬ ਦੀ ਵਾਈਫ ਨੇ ਗੁਰਦੀਪ ਸਿੰਘ ਸੇਖੋਂ ਦੀ, ਉਹਨਾਂ ਵਾਸਤੇ ਸੀਟ ਰੱਖੀ ਗਈ ਸੀ। ਪਰ ਉੱਥੇ ਮਾਤਾ ਜੀ ਬੈਠ ਜਾਂਦੇ ਨੇ ਤਾਂ ਹੋਰ ਸੀਟਾਂ ਨਹੀਂ ਮਿਲਦੀਆਂ। ਇਸ ਗੱਲ ਤੋਂ ਖਫਾ ਹੋ ਜਾਂਦੇ ਨੇ, ਇੱਥੋਂ ਚਲੇ ਜਾਂਦੇ ਨੇ। ਦੂਜੇ ਪਾਸੇ ਗੱਲ ਸਾਹਮਣੇ ਆ ਰਹੀ ਹੈ ਕਿ ਜੋ ਡੀਸੀ ਸਾਹਿਬ ਸੀਗੇ ਉਹ ਇੱਥੋਂ ਰੋਂਦੇ ਹੋਏ ਨਿਕਲਦੇ ਨੇ। ਇਹੋ ਜਿਹੀ ਖਬਰਾਂ ਮੀਡੀਆ ਵਿੱਚ ਨਸ਼ਰ ਹੁੰਦੀਆਂ ਨੇ। ਤਾਂ ਇਹ ਜੋ ਚਸ਼ਮਜੀਤ ਸੀਗੇ ਸਾਡੇ ਨਾਲ ਮੌਜੂਦ, ਇਹਨਾਂ ਨੇ ਗੱਲ ਕਲੀਅਰ ਕੀਤੀ ਹੈ ਕਿ ਅਜਿਹਾ ਉੱਥੇ ਕੁਝ ਨਹੀਂ ਹੋਇਆ। ਮੇਲਾ ਇੱਥੇ ਇੰਜੋਏ ਹੋਇਆ ਹੈ, ਐਂਡ ਤੱਕ ਮੇਲਾ ਪੂਰਾ ਚੱਲਿਆ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।